ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ ਤੋਂ ਅੱਜ ਅਸੀਂ ਸਪੈਸ਼ਲੀ ਪਹੁੰਚੇ ਹੋਏ ਹਾਂ ਰਣਬਾਜ ਹਸਪੀਟਲ ਦੇ ਵਿੱਚ, ਜੋ ਕਿ ਮੋਹਾਲੀ ਦੇ ਵਿੱਚ ਸਥਿਤ ਹੈ ਔਰ ਇੱਕ ਡੈਂਟਲ ਹਸਪੀਟਲ ਹੈ। ਔਰ ਇਸ ਡੈਂਟਲ ਹਸਪੀਟਲ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਸਪੈਸ਼ਲੀ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਭੈਣ ਭਰਾਵਾਂ ਦੇ ਲਈ ਹੋਈ ਸੀਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਡੈਂਟਲ ਕੇਅਰ ਬਾਹਰ ਹੁੰਦੀ ਹੈ ਉਸ ਤਰੀਕੇ ਦੀ ਡੈਂਟਲ ਕੇਅਰ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਹੀਂ ਹੁੰਦੀ ਸੀਗੀ। ਸੋ ਉਸ ਚੀਜ਼ ਨੂੰ ਇੱਥੇ ਸਟਾਰਟ ਕਰਨ ਦੇ ਲਈ ਇਹ ਹਸਪੀਟਲ ਸਟਾਰਟ ਕੀਤਾ ਗਿਆ ਸੀ। ਔਰ ਉਸਦੇ ਨਾਲ ਹੀ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਦੇਸ਼ ਵਿਦੇਸ਼ ਤੋਂ ਭੈਣ ਭਰਾ ਜਿਹੜੇ ਇੱਥੇ ਪਹੁੰਚਦੇ ਨੇ ਇੰਡੀਆ, ਉਹਨਾਂ ਨੂੰ ਇੱਥੇ ਆ ਕੇ ਕਈ ਵਾਰ ਉਹਨਾਂ ਨੇ ਟ੍ਰੀਟਮੈਂਟ ਕਰਵਾਉਣਾ ਹੁੰਦਾ, ਉਹਨਾਂ ਨੂੰ ਕੋਸਟ ਇਫੈਕਟਿਵ ਵੀ ਪੈਂਦਾ। ਸੋ ਉਸ ਦਾ ਵੀ ਧਿਆਨ ਰੱਖਦੇ ਹੋਏ ਰਣਬਾਜ ਹਸਪੀਟਲ ਦੀ ਸ਼ੁਰੂਆਤ ਹੋਈ ਸੀਗੀ। ਔਰ ਸ਼ੁਰੂਆਤ ਦੀ ਅਗਰ ਗੱਲ ਕਰਾਂ ਤਾਂ ਮਿਸ਼ਨ ਜਿਹੜਾ ਸੀਗਾ ਇਸ ਹਸਪੀਟਲ ਦਾ ਉਹ ਸਟਾਰਟਿੰਗ ਤੋਂ ਹੀ ਡੈਂਟਲ ਟੂਰਿਜ਼ਮ ਨੂੰ ਲੈ ਕੇ ਸੀਗਾ, ਯਾਨੀ ਕਿ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਵੱਸਦੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਦੰਦਾਂ ਦੀ ਕੇਅਰ ਨੂੰ ਲੈ ਕੇ ਸੀਗਾ। ਸੋ ਜੋ ਇਸ ਹਸਪੀਟਲ ਦੇ ਕਰਤਾ ਧਰਤਾ ਨੇ ਡਾਕਟਰ ਰਣਦੀਪ ਸਿੰਘ ਮਾਨ, ਉਹਨਾਂ ਦਾ ਇਹ ਵਿਜ਼ਨ ਸੀਗਾ ਕਿ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇੱਕ ਡੈਂਟਲ ਕੇਅਰ, ਇੱਕ ਅੱਛੇ ਲੈਵਲ ਦੀ ਡੈਂਟਲ ਕੇਅਰ ਪ੍ਰੋਵਾਈਡ ਕਰੀਏ। ਸੋ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਪੇਸ਼ੈਂਟਸ ਨੂੰ ਦੇਖਦੇ ਨੇ ਇੱਥੇ ਔਰ ਕਿ ਕਿਆ ਫੈਸਿਲਿਟੀਜ਼ ਜਿਹੜੀਆਂ ਨੇ ਉਹ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਆਜੋ ਫਿਰ ਸ਼ੁਰੂ ਕਰਦੇ ਹਾਂ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ ਰਣਦੀਪ ਸਿੰਘ ਮਾਨ ਜੀ ਦੇ ਨਾਲ, ਜੋ ਕਿ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਗੁੱਤਫਤਿਹ। ਔਰ ਹਮਦਰਦ ਮੀਡੀਆ ਗਰੁੱਪ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਮੇਂ-ਸਮੇਂ ਜਦੋਂ ਟਾਈਮ ਮਿਲਦਾ ਹੈਗਾ ਮੇਰੇ ਸਾਰੇ ਦਰਸ਼ਕਾਂ ਨਾਲ, ਮੇਰੇ ਮਰੀਜ਼ਾਂ ਨਾਲ, ਭੈਣ ਭਰਾ ਜਿੰਨੇ ਨੇ ਸਾਡੇ ਬੈਠੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨਾਲ ਰੂਬਰੂ ਕਰਵਾਉਂਦੇ ਹੈਗੇ ਆ। ਬਹੁਤ ਮਿਹਰਬਾਨੀ ਜੀ। ਔਰ ਅਸੀਂ ਡਾਕਟਰ ਸਾਹਿਬ ਦੱਸ ਰਹੇ ਸੀਗੇ ਦਰਸ਼ਕਾਂ ਨੂੰ ਕਿ ਸਾਲ 2011 ਦੇ ਵਿੱਚ ਇੱਕ ਤੁਸੀਂ ਡੈਂਟਲ ਟੂਰਿਜ਼ਮ ਸਟਾਰਟ ਕੀਤਾ ਅਤੇ ਉਸ ਤੋਂ ਬਾਅਦ ਜਿਹੜਾ ਅੱਗੇ ਵੱਧਦੇ ਗਏ ਔਰ ਅੱਜ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ ਔਰ ਆ ਕੇ ਰਣਬਾਜ ਹਸਪੀਟਲ ਦੇ ਵਿੱਚ ਡੈਂਟਲ ਟਰੀਟਮੈਂਟ ਆਪਣਾ ਜਿਹੜਾ ਕਰਾਉਂਦੇ ਆ। ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਤੁਸੀਂ? ਇੱਕ ਕਮਿਊਨਿਟੀ ਨੂੰ ਇੱਕ ਸਪੋਰਟ ਦਿੱਤੀ ਹੈ, ਸਪੋਰਟ ਸਿਸਟਮ ਦਿੱਤਾ ਤੁਸੀਂ ਇੱਥੇ, ਕਿਉਂਕਿ ਇੱਦਾਂ ਜਿਸ ਟੈਕਨੋਲੋਜੀਜ਼ ਦੇ ਨਾਲ ਅੱਜ ਤੁਸੀਂ ਟਰੀਟਮੈਂਟ ਕਰ ਰਹੇ ਹੋ ਕਿਸੇ ਟਾਈਮ ਇਹ ਨਹੀਂ ਹੋਇਆ ਕਰਦਾ ਸੀ। ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਇਸ ਚੀਜ਼? ਦੇਖੋ ਜੀ, ਜੇ ਮੈਂ ਇਸ ਜਰਨੀ 'ਚ ਜਾਵਾਂ ਤਾਂ 2011 'ਚ ਜਿਹੜਾ ਇੱਕ ਸੁਪਨਾ ਸੀਗਾ ਉਹ ਸਾਕਾਰ ਹੁੰਦੇ ਹੋਏ, ਅਸਲੀਅਤ ਵਿੱਚ ਆਉਂਦੇ ਹੋਏ ਜਿੰਨਾ ਵੀ ਸਮਾਂ ਹੋ ਗਿਆ, 8-10 ਸਾਲ ਹੋ ਗਏ ਆਲਮੋਸਟ, ਬਹੁਤ ਹੀ ਵੱਡਾ ਹੁੰਗਾਰਾ ਮਿਲਿਆ ਹੈ ਵਿਦੇਸ਼ਾਂ ਵਿੱਚ ਬੈਠੇ ਸਾਰੇ ਸਾਡੇ NRI ਭੈਣ ਭਰਾ, ਬਜ਼ੁਰਗਾਂ, ਮਾਤਾਵਾਂ ਤੋਂ। ਔਰ ਮੈਂ ਕਹਿਣਾ ਹਾਂ ਕਿ ਮੈਂ ਦੇਣ ਨਹੀਂ ਦੇ ਸਕਦਾ ਕਿ ਜਿੰਨਾ ਮੇਰੇ ਸਿਰ 'ਤੇ ਹੱਥ ਧਰਿਆ ਸਾਰੇ ਭੈਣ ਭਰਾਵਾਂ ਨੇ, ਔਰ ਰਣਬਾਜ ਹਸਪੀਟਲ ਨੂੰ ਜਿਸ ਉਚਾਈਆਂ ਤੱਕ ਅੱਜ ਅਸੀਂ ਦੇਖ ਰਹੇ ਹਾਂ, ਇਹ ਸਾਰੇ ਸਾਡੇ ਜਿਹੜੇ ਮੇਰੇ ਭੈਣ ਭਰਾ, ਬਜ਼ੁਰਗ, ਮਾਤਾ, ਉਹ ਸਾਰਿਆਂ ਨੇ, ਪੇਸ਼ੈਂਟਸ ਨੇ ਬਹੁਤ ਵਿਸ਼ਵਾਸ ਦਿਖਾਇਆ ਰਣਬਾਜ ਦੇ ਵਿੱਚ। ਮੇਰੇ ਹੱਥ ਜਿਹੜੇ ਕੰਮ ਕੀਤੇ ਵੇ, ਮੇਰੇ ਵਿੱਚ ਵਿਸ਼ਵਾਸ ਵਿਖਾਇਆ। ਔਰ ਉਹੀ ਚੀਜ਼ ਜਿਹੜੀ ਹੈ ਮੇਰੇ ਵਾਸਤੇ ਇੱਕ ਬਹੁਤ ਵੱਡਾ ਮਦਦ ਬਣੀ ਕਿ ਮੈਂ ਇਹ ਸੇਵਾ ਵੱਧ ਚੜ੍ਹ ਕੇ ਕਰਾਂ। ਠੀਕ ਹੈ, ਬਿਜ਼ਨਸ ਵੀ ਕਰਦੇ ਲੋਕ, ਬਟ ਇੱਕ ਇਮੋਸ਼ਨਲ ਅਟੈਚਮੈਂਟ ਜਿਹੜੀ ਹੈਗੀ ਹੈ ਕਿ ਤੁਹਾਡਾ ਮਰੀਜ਼ ਜਿਹੜਾ ਤੁਹਾਡਾ ਪਰਿਵਾਰ ਹੀ ਬਣ ਜਾਂਦਾ ਹੈ। ਔਰ ਉਹ ਜਿਹੜੀਆਂ ਚੀਜ਼ਾਂ ਨੇ ਅੱਜ ਇਸ ਉਚਾਈ ਤੱਕ ਪਹੁੰਚਣ ਦੇ ਵਿੱਚ ਮੇਰੀ ਮਦਦ ਕੀਤੀ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਅਤੇ ਲੋਕ ਕਹਿੰਦੇ, ਇਹ ਤਾਂ ਅਸੀਂ ਕਹਾਵਤ ਹੀ ਸੁਣੀ ਹੈਗੀ ਹੈ ਕਿ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ। ਅੱਖਾਂ ਦਾ ਤਾਂ ਫਿਰ ਵੀ ਲੋਕ ਧਿਆਨ ਰੱਖ ਲੈਂਦੇ ਨੇ, ਦੰਦਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਅਤੇ ਤੁਸੀਂ ਉਸ ਦੇ ਉੱਤੇ ਗੌਰ ਕੀਤੀ ਕਿ ਜੋ ਬਾਹਰ ਟਰੀਟਮੈਂਟਸ ਮਿਲ ਰਹੇ ਨੇ ਉਹ ਇੰਡੀਆ ਦੇ ਵਿੱਚ ਵੀ ਮਿਲਣੇ ਚਾਹੀਦੇ ਨੇ। ਸੋ ਕੀ ਫੈਸਿਲਿਟੀਜ਼ ਇੱਥੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਕੀ ਸਾਡੇ ਕੋਲ ਅਵੇਲੇਬਲ ਹੈਗਾ? ਸੋ ਉਹ ਦੇਖਣਾ ਚਾਹਾਂਗੇ। ਦੇਖੋ, ਗੱਲ ਇਹ ਹੈ ਜੀ ਵੀ ਬਹੁਤ ਜਲਦੀ ਟੈਕਨੋਲੋਜੀ ਬਦਲਦੀ ਹੈ। 6-8 ਮਹੀਨੇ ਦੇ ਵਿੱਚ ਨਵੀਆਂ ਚੀਜ਼ਾਂ ਆਈ ਜਾਂਦੀਆਂ ਨੇ। ਔਰ ਮੇਰੇ ਵਾਸਤੇ ਜਿਹੜੀ ਸਭ ਤੋਂ ਵੱਡੀ ਚੀਜ਼ ਸੀਗੀ ਕਿ ਜਿੰਨੇ ਸਾਡੇ ਪ੍ਰਦੇਸ਼ਾਂ ਦੇ ਵਿੱਚੋਂ NRI ਭੈਣ ਭਰਾ ਸਾਰੇ ਆਉਂਦੇ ਸੀਗੇ, ਉਹਨਾਂ ਕੋਲ ਸਮਾਂ ਕਿੰਨਾ ਕੁ ਹੈਗਾ? ਸਮਾਂ ਬਹੁਤ ਘੱਟ ਹੁੰਦਾ। ਔਰ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਅਸੀਂ ਵਧੀਆ ਟੌਪ ਦਾ ਕੰਮ ਜਿਹੜਾ ਹੈਗਾ, ਕੁਆਲਿਟੀ ਦਾ ਕੰਮ ਕਰਵਾ ਕੇ ਆਵਾਂਗੇ। ਔਰ ਮੇਰੇ ਵਾਸਤੇ ਕੁਆਲਿਟੀ ਸਭ ਤੋਂ ਵੱਡੀ ਚੀਜ਼ ਮੈਟਰ ਕਰਦੀ ਹੈ, ਬਾਕੀ ਚੀਜ਼ਾਂ ਸੈਕੰਡਰੀ ਨੇ। ਕਿ ਜੇ ਮੈਂ ਕੁਆਲਿਟੀ ਦਾ ਕੰਮ ਕਰੂੰਗਾ ਤਾਂ ਮੇਰੇ ਕੋਲ ਆਟੋਮੈਟਿਕਲੀ ਜਿਹੜੇ ਹੈਗੇ ਆ, ਇੱਕ ਮਰੀਜ਼ ਜਿਹੜਾ ਉਹਨੇ
2 4 ਛੱਡੋ, ਘੱਟੋ ਘੱਟ 20 30 ਪੇਸ਼ੈਂਟ ਉਹਨਾਂ ਨੇ ਅੱਗੇ ਆਪਣੇ ਵਰਡ ਆਫ ਮਾਊਥ ਨਾਲ ਜਿਹਨੂੰ ਸਪਰੈਡ ਕੀਤਾ ਕਿ ਸੁਚੱਜਾ ਕੰਮ ਕਰਦੇ ਡਾਕਟਰ ਮਾਨ, ਔਰ ਰਣਬਾਜ ਹਸਪੀਟਲ 'ਚ ਜਾਓ, ਉਹਨਾਂ ਨੂੰ ਮਿਲੋ, ਉਹਨਾਂ ਕੋਲੋਂ ਕੰਮ ਕਰਾਓ। ਉਹ ਫਿਰ ਐਕਸਪੈਕਟੇਸ਼ਨਸ ਬਹੁਤ ਵੱਧ ਜਾਂਦੀਆਂ ਨੇ। ਔਰ ਜਿੱਦਾਂ 2010-11 ਤੋਂ ਕੰਮ ਸ਼ੁਰੂ ਕੀਤਾ ਹੈਗਾ, ਸੋ ਇੰਨੇ ਸਾਲਾਂ ਦੇ ਵਿੱਚ ਇੰਨੀ ਟੈਕਨੋਲੋਜੀ ਬਦਲੀ ਹੈ ਕਿ ਹੁਣ ਤਾਂ ਮਤਲਬ ਅਸੀਂ ਜਿਹੜੀ ਕੰਮ ਨੂੰ ਕਹਿੰਦੇ ਸੀਗੇ ਜੀ ਕੋਈ ਫੁੱਲ ਮਾਊਥ ਉੱਪਰ ਥੱਲੇ ਵਾਲੇ ਦੰਦ ਲਾਉਣੇ ਨੇ, ਫਿਕਸ ਦੰਦਾਂ ਦੀ ਗੱਲ ਜੇ ਆਪਾਂ ਕਰਦੇ ਹਾਂ ਤਾਂ ਹਫ਼ਤਾ 10 ਦਿਨ ਲੱਗਦੇ ਹੁੰਦੇ ਸੀ। ਅੱਜ ਉਹੀ ਅਸੀਂ ਆਪ ਦਾ ਹੀ ਰਿਕਾਰਡ ਸੈੱਟ ਕੀਤਾ ਕਿ ਤੀਸਰੇ ਦਿਨ ਲਾ ਕੇ ਉੱਪਰ ਥੱਲੇ ਵਾਲੇ ਪੇਸ਼ੈਂਟ ਨੂੰ ਅਸੀਂ ਫਿਕਸ ਕਰਕੇ ਦੰਦ ਦੇ ਦਿੰਦੇ। ਜੇ ਕੋਈ ਥੋੜ੍ਹੀ ਬਹੁਤੀ ਕਸਰ ਹੋਵੇ ਤਾਂ ਉਹ 1 ਦਿਨ ਜਾਂ 2 ਦਿਨਾਂ ਬਾਅਦ ਅਸੀਂ ਉਹ ਆਪ ਦਾ ਕੋਈ ਉਹਦੀ ਬੈਲੈਂਸਿੰਗ ਕਰਨੀ ਹੈ, ਕੁਛ ਵੀ ਕਰਨਾ, ਸੋ ਉਹ ਕਰ ਲਈਦਾ ਜੀ। ਸੋ ਅਲਟੀਮੇਟਲੀ ਕੀ ਹੈ ਕਿ ਸ਼ਾਰਟੈਸਟ ਟਾਈਮ ਪੀਰੀਅਡ ਦੇ ਵਿੱਚ ਕੁਆਲਿਟੀ ਵਰਕ ਦੇਣ ਦਾ ਉਹ ਸਾਡਾ ਇੱਕ ਗੋਲ ਬਣ ਗਿਆ। ਔਰ ਉਹੀ ਚੀਜ਼ ਹੈ ਜਿਹੜੀ ਕਿ ਸਾਨੂੰ ਇਹ ਸਪੋਰਟ ਕਰ ਰਹੀ ਹੈ। ਔਰ ਸਾਡਾ ਦਿਨ ਬ ਦਿਨ ਵਿਸ਼ਵਾਸ ਜਿਹੜੇ ਸਾਡੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਹੈ NRI ਭੈਣ ਭਰਾ, ਉਹਨਾਂ 'ਚ ਹੋਰ ਵਧੀ ਜਾਂਦਾ ਹੈਗਾ। ਬਾਕੀ ਕੋਵਿਡ ਕਰਕੇ 2 ਸਾਲ ਜ਼ਰੂਰ ਇਹ ਸਮਾਂ ਰਿਹਾ ਹੈਗਾ, ਔਰ ਪਰ ਕਿ ਸਮਾਂ ਲੰਘ ਗਿਆ। ਹੁਣ ਮਤਲਬ ਜਿਹੜਾ ਹੈਗਾ ਫਿਰ ਮਰੀਜ਼ ਬਹੁਤ ਸਾਡੇ 'ਤੇ ਮਿਹਰ ਕਰ ਰਹੇ ਨੇ ਕਿ ਬਾਹਰੋਂ ਆ ਕੇ ਆਪਣਾ ਟਰੀਟਮੈਂਟ ਜਿਹੜਾ ਦੰਦਾਂ ਦਾ ਫਿਕਸ ਦੰਦ ਲਵਾਉਣ ਦਾ, ਇੰਪਲਾਂਟਸ ਜਿਨ੍ਹਾਂ ਨੂੰ ਕਹਿੰਦੇ ਅਸੀਂ, ਉਹ ਟਰੀਟਮੈਂਟ ਲਵਾ ਰਹੇ ਨੇ। ਔਰ ਇਹੀ ਚੀਜ਼ ਜਿਹੜੀ ਹੈ ਇਹ ਸਾਨੂੰ ਇੱਕ ਤਰ੍ਹਾਂ ਦੀ ਮੋਟੀਵੇਟ ਕਰ ਰਹੀ ਹੈ ਕਿ ਆਪਾਂ ਹੋਰ ਇਹਨੂੰ ਐਕਸਪੈਂਡ ਔਰ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦਾ, ਕੀ ਟੈਕਨੀਕ ਬੈਟਰ ਹੋ ਸਕਦੀ ਹੈ ਕਿ ਤਾਂ ਕਿ ਮਰੀਜ਼ ਨੂੰ ਘੱਟ ਤੋਂ ਘੱਟ ਤਕਲੀਫ ਔਰ ਘੱਟ ਤੋਂ ਘੱਟ ਸਮੇਂ ਦੇ ਵਿੱਚ ਬੈਸਟ ਟਰੀਟਮੈਂਟ ਦਿੱਤਾ ਜਾਵੇ। ਕਿੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਡਾਕਟਰ ਸਾਹਿਬ ਲੋਕਾਂ ਨੂੰ ਆਮ ਪੇਸ਼ ਆ ਜਾਂਦੀਆਂ ਦੰਦਾਂ ਦੇ ਮਾਮਲੇ ਦੇ ਵਿੱਚ? ਵੈਸੇ ਤਾਂ ਇਹ ਹੈ ਕਿ ਕੇਅਰ ਨਹੀਂ ਕੀਤੀ ਗਈ, ਅਗਰ ਖਾਣ ਪੀਣ ਦਾ ਧਿਆਨ ਨਹੀਂ ਰੱਖਿਆ ਗਿਆ ਜਾਂ ਦੰਦਾਂ ਦੀ ਸਫਾਈ ਪ੍ਰੋਪਰ ਨਹੀਂ ਰੱਖੀ ਗਈ ਤਾਂ ਪ੍ਰੋਬਲਮਸ ਆਉਣਗੀਆਂ। ਪਰ ਕਿੱਦਾਂ ਦੀਆਂ ਜਿਹੜੀਆਂ ਏਜ ਦੇ ਨਾਲ ਵੀ ਪ੍ਰੋਬਲਮਸ ਆਉਂਦੀਆਂ ਨੇ ਔਰ ਤੁਸੀਂ ਉਸ ਨੂੰ ਟਰੀਟ ਕਰਦੇ ਹੋ? ਗੱਲ ਇਹ ਜੀ ਵੀ ਜਦੋਂ ਹੁਣ ਮੈਂ ਇੰਨਾ ਕੁ ਵਿਚਰ ਚੁੱਕਿਆ ਹੈਗਾ, ਬਾਹਰ ਆਉਣ ਜਾਣ, ਕੈਨੇਡਾ ਹੋ ਗਿਆ, USA ਹੋ ਗਿਆ, ਆਸਟ੍ਰੇਲੀਆ ਹੋ ਗਿਆ, ਉੱਥੇ ਇੰਨੀ ਕੁ ਲਾਈਫ ਫਾਸਟ ਹੈ ਕਿ ਇਨਸਾਨ ਆਪਣੀ ਸਿਹਤ ਭੁੱਲ ਜਾਂਦਾ। ਉਹ ਕਹਿੰਦਾ ਵੀ ਭਾਈ ਮੈਂ ਪਹਿਲਾਂ ਜਿਹੜਾ ਕੰਮ ਹੈ ਉਹ ਕੰਮ ਦੀ ਅਹਿਮੀਅਤ ਪਹਿਲਾਂ ਆਉਂਦਾ, ਕੰਮ 1 ਨੰਬਰ 'ਤੇ ਹੋ ਜਾਂਦਾ, ਸਿਹਤ ਬਾਅਦ 'ਚ ਹੋ ਜਾਂਦੀ ਹੈ। ਹੁਣ ਦੰਦ ਜਿਹੜੇ ਹੈਗੇ ਉਹ ਕਹਿੰਦੇ ਕੋਈ ਗੱਲ ਨਹੀਂ, ਦੰਦਾਂ ਬਿਨਾਂ ਡੰਗ ਸਾਰ ਲਾਂਗੇ। ਪਰ ਆ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹ ਬੜੀ ਸੋਚ ਬਦਲੀ ਹੈ ਕਿ ਨਹੀਂ, ਜੇ ਕਹਿੰਦੇ ਜਾਨ ਹੈ ਤਾਂ ਜਹਾਨ ਹੈ। ਹੁਣ ਜੇ ਦੰਦਾਂ ਦੀ ਗੱਲ ਕਰਦੇ ਆਪਾਂ ਤਾਂ ਦੰਦਾਂ ਦਾ ਜੇ ਤੁਸੀਂ ਖੁਰਾਕ ਆਪਣਾ ਰੋਟੀ ਪਾਣੀ ਆਪਣੇ ਚਬਾ ਕੇ ਨਹੀਂ ਖਾ ਸਕੇ ਤਾਂ ਉਹ ਅੱਗੇ ਕੀ ਬਿਮਾਰੀਆਂ ਨਾਲ ਆ ਸਕਦੀਆਂ ਨੇ। ਜੇ ਰੋਟੀ ਚਬਾ ਕੇ ਨਹੀਂ ਖਾਧੀ ਤਾਂ ਅੰਤੜੀਆਂ ਦਾ ਜ਼ੋਰ ਪੈਂਦਾ, ਉਹਦੇ ਨਾਲ ਕੀ ਪੈਨਕ੍ਰੀਆਸ ਹੁੰਦੇ ਆ, ਹੋਰ ਪਿੱਤੇ ਵਗੈਰਾ, ਇੱਧਰਲੇ ਆਲੇ ਦੁਆਲੇ ਉਹ ਔਰਗਨਸ ਜਿਹੜੇ ਆ ਉਹਨਾਂ 'ਤੇ ਅਸਰ ਪੈਂਦਾ। ਸ਼ੂਗਰ ਇਹਦੇ ਇੱਕ ਕਾਰਨ ਹੈਗਾ ਕਿ ਰੋਟੀ ਚਬਾ ਕੇ ਨਹੀਂ ਖਾਧੀ, ਸ਼ੂਗਰ ਹੋ ਜਾਂਦੀ ਹੈ। ਔਰ ਫਿਰ ਬਾਕੀ ਜਿਹੜਾ ਠੀਕ ਆ, ਬਾਕੀ ਬਲੱਡ ਪ੍ਰੈਸ਼ਰ ਵਗੈਰਾ ਤਾਂ ਜਿਹੜੀਆਂ ਰੂਟੀਨ ਦੀਆਂ ਚੀਜ਼ਾਂ ਨੇ ਉਹ ਆਪਣੇ ਹੋਰ ਸਿਹਤ ਦੇ ਕਾਰਨ। ਪਰ ਅਲਟੀਮੇਟਲੀ ਮਰੀਜ਼ ਸਮਝ ਚੁੱਕੇ ਹੈ ਔਰ ਕਿ ਮਤਲਬ ਜਿੰਨਾ ਅਸੀਂ ਚਬਾ ਕੇ ਖਾਣਾ ਖਾਵਾਂਗੇ ਉਹਦੇ ਵਾਸਤੇ ਸਾਨੂੰ ਦੰਦਾਂ ਦੀ ਲੋੜ ਪੈਣੀ ਹੈ। ਔਰ ਹੁਣ ਦੰਦ ਵੀ ਇਕੁਅਲੀ ਇੰਪੋਰਟੈਂਟ ਹੋ ਗਏ। ਜਿਵੇਂ ਕਿ ਆਪਣਾ ਹਾਰਟ ਹੈ, ਹਾਰਟ ਵੀ ਕਹਿ ਲਓ ਵੀ ਚਲੋ ਹਾਰਟ ਤੋਂ ਬਾਅਦ ਮਤਲਬ ਜਿਹੜਾ ਦੰਦਾਂ ਦੀ ਵਾਰੀ ਆ ਜਾਂਦੀ, ਅੱਖਾਂ ਦੀ ਵਾਰੀ ਆ ਜਾਂਦੀ ਹੈ। ਸੋ ਉਹ ਚੀਜ਼ ਨੂੰ ਓਨਾ ਹੀ ਇੰਪੋਰਟੈਂਸ ਮਰੀਜ਼ ਦੇ ਰਹੇ ਆ। ਔਰ ਆਪਣਾ ਟਰੀਟਮੈਂਟ ਜਿਹੜਾ ਹੈਗਾ ਇੱਥੇ ਇੰਡੀਆ ਸਾਡੇ ਕੋਲ ਰਣਬਾਜ ਦੇ ਵਿੱਚ, ਰਣਬਾਜ ਹਸਪੀਟਲ ਦੇ ਵਿੱਚ ਆ ਕੇ ਕਰਵਾ ਰਹੇ ਨੇ। ਔਰ ਇਹੀ ਚੀਜ਼ ਜਿਹੜੀ ਹੈ ਇਹ ਅੱਗੇ ਉਹਨਾਂ ਨੂੰ ਆਪਣੇ ਕੰਮ ਦੇ ਵਿੱਚ ਵੀ ਮਦਦ ਕਿਉਂਕਿ ਜੇ ਤੁਸੀਂ ਖੁਰਾਕ ਪੂਰੀ ਖਾ ਰਹੇ ਹੋ ਆਟੋਮੈਟਿਕਲੀ ਤੁਹਾਡੀ ਤਾਕਤ ਵਧੂਗੀ, ਐਫੀਸ਼ੀਐਂਸੀ ਵਧੂਗੀ, ਤੁਹਾਡੇ ਕੰਮ ਦੇ ਵਿੱਚ ਜਿਹੜਾ ਹੈਗਾ ਆਪਣਾ ਧਿਆਨ, ਆਪਣੀ ਮਿਹਨਤ, ਉਹਦੇ 'ਚ ਤੁਸੀਂ ਆਪਣੇ ਸਿਹਤ ਕਰਕੇ ਜਿਹੜਾ ਹੈਗਾ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਪਹਿਲਾਂ ਵੀ ਸਮੇਂ ਦੀ ਗੱਲ ਕੀਤੀ ਸੀਗੀ, ਕਿਉਂਕਿ ਜਿਹੜੇ ਵਿਦੇਸ਼ ਤੋਂ ਲੋਕ ਆਉਂਦੇ ਉਹਨਾਂ ਲਈ ਸਮਾਂ ਬਹੁਤ ਇੰਪੋਰਟੈਂਟ ਹੁੰਦਾ ਅਤੇ ਕਿੰਨਾ ਕੁ ਟਾਈਮ ਜਿਹੜਾ ਵੈਸੇ ਤੁਸੀਂ ਦੱਸਿਆ ਕਿ ਦੰਦ ਚੇਂਜ ਕਰਨ ਦੇ ਵਿੱਚ ਤਾਂ ਹੁਣ 3 ਦਿਨ ਦਾ ਸਮਾਂ ਹੈ ਨਾ, ਅਤੇ ਹੋਰ ਅਗਰ ਟਰੀਟਮੈਂਟ ਨੇ ਤਾਂ ਕਿੰਨੀ ਸਿਟਿੰਗਸ ਲੈਣੀਆਂ ਪੈਂਦੀਆਂ ਨੇ ਜਾਂ ਕਿੰਨੀ ਵਾਰ ਆਉਣਾ ਪੈਂਦਾ? ਵੱਖ-ਵੱਖ ਤਰ੍ਹਾਂ ਦੇ ਜਿਹੜੇ ਡੈਂਟਲ ਟਰੀਟਮੈਂਟ ਨੇ। ਰੂਟ ਕਨਾਲ ਹੈ ਜੀ, ਰੂਟ ਕਨਾਲ ਹੁਣ ਸਮਝ ਲਓ ਵੀ 15-20 ਮਿੰਟ ਦਾ ਕੰਮ ਰਹਿ ਗਿਆ। ਇੱਕ ਰੂਟ ਕਨਾਲ ਕੀਤੀ, ਸਿੰਗਲ ਸਿਟਿੰਗ ਰੂਟ ਕਨਾਲ ਕਰਤੀ,
ਮੇਰੇ ਕੋਲੇ ਮਸ਼ੀਨ ਆਈ ਹੈਗੀ ਹੈ ਜਿਹੜੀ ਕਿ ਆਲਮੋਸਟ ਲਾਈਕ 70 ਲੱਖ ਰੁਪਈਆ ਕਾਸਟ ਹੈਗੀ ਉਸ ਮਸ਼ੀਨ ਦੀ। ਉਹ ਤੁਹਾਨੂੰ ਮਤਲਬ ਮੈਂ ਪ੍ਰੈਕਟੀਕਲੀ ਦਿਖਾਊਂਗਾ ਕਿ 10-15 ਮਿੰਟਾਂ ਦੇ ਵਿੱਚ ਕਿਵੇਂ ਕਰਾਊਨ ਰੈਡੀ ਹੋ ਜਾਂਦਾ ਹੈ। ਜੇ ਫਰੰਟ ਵਾਲੇ ਦੰਦ ਲਾਉਣੇ ਹੈਗੇ ਆ ਆਪਦਾ ਸੁਹੱਪਣ ਵਧਾਉਣ ਵਾਸਤੇ, ਸਮਾਈਲ ਵਧੀਆ ਕਰਨੀ ਹੈਗੀ ਹੈ, ਜਾਂ ਰੂਟ ਕਨਾਲ ਦੇ ਉੱਤੋਂ ਦੀ ਕਰਾਊਨਸ ਲਾਉਣੇ ਆ, ਤਾਂ 30-40 ਮਿੰਟਾਂ ਦੇ ਵਿੱਚ ਤੁਹਾਨੂੰ ਵਰਲਡ ਦਾ ਨੰਬਰ 1 ਜਿਹੜਾ ਹੈਗਾ, ਇਹਨੂੰ CAD/CAM ਟੈਕਨੋਲੋਜੀ ਕਹਿੰਦੇ ਆ, ਜਿਹਦੇ 'ਚ ਕੰਪਿਊਟਰ ਹੀ ਡਿਜ਼ਾਈਨ ਕਰਦਾ ਔਰ ਕੰਪਿਊਟਰ ਦੇ ਨਾਲ ਹੀ ਸਾਰਾ ਦੰਦ ਤਿਆਰ ਹੋ ਕੇ ਉਹ ਤੁਹਾਡਾ ਦੰਦ ਜਿਹੜਾ ਹੈਗਾ ਵਿਦਨ 40 ਮਿੰਟਸ ਤੁਸੀਂ ਲਾ ਕੇ ਫਿਕਸ ਕਰਕੇ ਵਿਹਲੇ ਹੋ ਸਕਦੇ ਹੈਗੇ ਆ। ਸੋ ਇਮੈਜਿਨ ਕਰੋ ਕਿ ਕਿੰਨੀ ਟੈਕਨੋਲੋਜੀ ਫਾਸਟ ਹੋ ਗਈ ਹੈ ਕਿ ਇੱਕ ਕਰਾਊਨ ਜਿਹਨੇ ਘੱਟੋ ਘੱਟ ਤੁਹਾਨੂੰ 4 ਦਿਨ ਲੱਗਦੇ ਸੀ ਇੱਕ ਲੈਬੋਰਟਰੀ ਦੇ ਵਿੱਚ ਜਾ ਕੇ, ਫਿਰ ਉਹਦੀ ਜਿਹੜਾ ਜੋ ਹਿਊਮਨ ਆਪਣਾ ਇੱਕ ਇਨਸਾਨ ਨੇ ਜਿਹੜਾ ਕਰਾਊਨ ਬਣਾਇਆ ਅਤੇ ਜਿਹੜਾ ਕੰਪਿਊਟਰ ਨੇ ਬਣਾਇਆ, ਉਹਦਾ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਜੀ, ਕਿਉਂਕਿ ਕੰਪਿਊਟਰ ਨੇ ਤਾਂ ਮਤਲਬ ਜਿਹੜਾ ਮਾਈਕਰੋ ਐਰਰ ਜਿਹੜਾ ਹੈਗਾ, 0 ਐਰਰ ਰੱਖਣਾ ਹੈਗਾ, ਐਕੂਰੇਸੀ ਬਹੁਤ ਪਰਫੈਕਟ। ਸੋ ਬਹੁਤ ਫ਼ਰਕ ਪੈ ਜਾਂਦਾ ਉਹਦੇ ਨਾਲ। ਔਰ ਹੁਣ ਤੁਹਾਨੂੰ ਅਸੀਂ ਜਿਹੜੀ ਹੈਗੀ ਮਸ਼ੀਨ ਦਿਖਾਵਾਂਗੇ ਉਹ ਕਿਵੇਂ ਕੰਮ ਕਰਦੀ ਹੈ ਔਰ ਕਿੰਨੀ ਅਸੀਂ ਇਹ ਰੂਟ ਕਨਾਲ ਦਾ ਕੰਮ ਹੈਗਾ, ਮਤਲਬ ਸਮਝੋ ਘੰਟੇ ਦੇ ਵਿੱਚ ਤੁਸੀਂ ਰੂਟ ਕਨਾਲ ਵੀ ਕਰਤੀ ਅਤੇ ਉਹਦੇ ਉੱਤੇ ਕਰਾਊਨ ਵੀ ਲਗਾ ਦਿੱਤਾ। ਉਸ ਤੋਂ ਬਾਅਦ ਆ ਗਿਆ ਤੁਹਾਡੇ ਜਿਹੜੇ ਹੈਗੇ ਹੁਣ ਲੋਕਾਂ ਦੇ ਬ੍ਰਿਜ ਬਣਨੇ ਹੁੰਦੇ ਆ, ਘੰਟੇ 1.5 ਘੰਟੇ ਦੇ ਵਿੱਚ ਬ੍ਰਿਜ ਬਣ ਕੇ ਵੀ ਆ ਜਾਂਦਾ। ਛੋਟੇ ਬ੍ਰਿਜ ਜਿਹੜਾ ਹੈਗਾ 1 ਘੰਟੇ ਦੇ ਵਿੱਚ ਬਣ ਜਾਂਦਾ ਹੈਗਾ। ਸੋ ਜਿਹੜਾ ਕਿ 5-5 ਦਿਨ ਲੱਗਦਾ ਸੀਗਾ ਲੈਬੋਰਟਰੀ ਦੇ ਵਿੱਚ ਬਣਨ ਨੂੰ। ਪਲੱਸ ਰੰਗਾਂ ਦੀ ਜਿਹੜੀ ਹੈਗੀ ਆ ਐਕੂਰੇਸੀ ਆਉਣੀ ਆ, ਰੰਗਾਂ ਦਾ ਮੇਲ ਕਰਨਾ ਦੰਦਾਂ ਦੇ ਨਾਲ, ਉਹ ਚੀਜ਼ਾਂ ਜਿਹੜੀਆਂ ਨੇ ਰਾਈਟ ਔਨ ਦੀ ਸਪੌਟ ਮਰੀਜ਼ ਡਿਸਾਈਡ ਕਰ ਸਕਦਾ ਕਿ ਮੇਰੇ ਦੰਦਾਂ ਦਾ ਰੰਗ ਬਿਲਕੁਲ ਸਹੀ ਹੈ ਕਿ ਗਲਤ ਹੈ, ਕੋਈ ਚੇਂਜ ਕਰਨਾ ਹੈਗਾ, ਉਹ ਅਸੀਂ ਚੇਅਰ ਸਾਈਡ ਉੱਥੇ ਚੇਅਰ 'ਤੇ ਬੈਠੇ ਬੈਠੇ ਰੰਗ 'ਚ ਬਦਲ ਸਕਦੇ ਹੈਗੇ ਆ। ਫਿਰ ਇੰਪਲਾਂਟਸ ਹੈਗੇ, ਇੰਪਲਾਂਟ ਨੂੰ ਲਾਉਣ ਨੂੰ ਸਿਰਫ 5 ਮਿੰਟ ਲੱਗਦੇ ਆ। ਉਹ 5 ਮਿੰਟਾਂ ਬਾਅਦ ਤੁਸੀਂ ਸਮਝੋ ਕਿ ਮਤਲਬ 25 ਮਿੰਟਾਂ ਦੇ ਵਿੱਚ ਕਰਾਊਨ ਲੱਗਿਆ, 30-35 ਮਿੰਟ ਦੇ ਵਿੱਚ ਇੰਪਲਾਂਟ 'ਤੇ ਕਰਾਊਨ ਲੱਗ ਜਾਂਦਾ ਹੈਗਾ। ਨੋ ਡਾਊਟ ਕਿ ਇੰਸਟਰਕਸ਼ਨਸ ਅਸੀਂ ਦਿੰਦੇ ਹਾਂ ਪੇਸ਼ੈਂਟ ਨੂੰ ਕਿ ਅਗਲੇ 3-4 ਮਹੀਨੇ ਤੁਸੀਂ ਕੀ ਖੁਰਾਕ ਖਾਣੀ ਹੈ। ਸੋ ਉਹ ਕੇਅਰਫੁਲ ਰਹਿਣਾ ਪੈਂਦਾ ਉਹਨਾਂ ਚੀਜ਼ਾਂ ਦੇ ਵਿੱਚ। ਸਾਡੀਆਂ ਰੈਗੂਲੇਸ਼ਨਸ ਨੂੰ, ਸਾਡੇ ਇੰਸਟਰਕਸ਼ਨਸ ਨੂੰ ਮਰੀਜ਼ ਬਹੁਤ ਰਿਲੀਜੀਅਸਲੀ ਫਾਲੋ ਕਰਦੇ ਆ ਔਰ ਉਹੀ ਚੀਜ਼ ਜਿਹੜੀ ਹੈ ਉਹ ਸਾਡਾ ਜਿਹੜਾ ਸਕਸੈਸ ਰੇਟ ਵਧਾਉਂਦੀ ਹੈ ਜੀ। ਤੇ ਆਓ ਫਿਰ ਇੱਕ ਵਾਰੀ ਦੇਖਦੇ ਹਾਂ ਕਿ ਕਿਹੜੀ ਉਹ ਮਸ਼ੀਨਸ ਨੇ ਜਿਸ ਦੇ ਨਾਲ ਇਹ ਸਕਸੈਸਫੁਲ ਜਿਹੜਾ ਟ੍ਰੀਟਮੈਂਟ ਹੋ ਰਿਹਾ ਹੈ। ਆ ਜਾਓ। ਸੋ ਤੁਸੀਂ ਦੇਖੋ, ਇਹ ਪੇਸ਼ੈਂਟ ਦਾ ਨਾਪ ਵੀ ਨਹੀਂ ਲਿਆ ਮੈਂ, ਨਾਪ ਲੈਣ ਦੀ ਲੋੜ ਹੀ ਨਹੀਂ ਪੈਂਦੀ। ਤੁਸੀਂ ਸਿੱਧਾ ਜਿਹੜਾ ਹੈਗਾ ਪੇਸ਼ੈਂਟ ਦਾ ਆਹ ਸਕੈਨਰ ਹੈ। ਓਕੇ, ਹੁਣ ਜੇ ਤੁਸੀਂ ਇੱਥੇ ਦੇਖੋਗੇ ਤਾਂ ਆਹ ਜਿਹੜਾ ਹੈਗਾ ਇਹਨੇ ਫੋਟੋ ਖਿੱਚਣੀ ਹੈ। ਸੋ 3D ਇਮੇਜ ਜਿਹੜਾ ਸਕੈਨ ਹੈ ਉਹ ਇੱਥੇ ਆ ਕੇ ਉਹ ਪੇਸ਼ੈਂਟ ਦੇ ਔਰ ਬਿਲਕੁਲ ਐਕੂਰੇਟ ਨਾਪ ਆਇਆ ਜੀ। ਉਹ ਫੋਟੋ ਖਿੱਚੀ, ਉਸ ਤੋਂ ਬਾਅਦ ਦੰਦ ਬੰਦ ਕਰਕੇ ਵੀ ਚੈੱਕ ਕਰ ਲਏ ਵੀ ਕਿੱਥੇ ਦੰਦ ਬੰਦ ਹੋਣੇ ਚਾਹੀਦੇ ਆ, ਉਹ ਸਾਰਾ ਕਰ ਲਿਆ। ਫਿਰ ਮਾਡਲ ਆ ਜਾਂਦਾ। ਹੁਣ ਮਾਡਲ ਦੇ ਉੱਤੇ ਜਿਹੜਾ ਜੇ ਦੇਖੋਗੇ ਤੁਸੀਂ, ਆਹ ਮਾਡਲ ਦੀ ਆਹ ਲਾਈਨ ਜਿਹੜੀ ਹੈ ਇਹ ਮਾਰਜਨ ਆਪਣੇ ਆਪ ਇਹ ਬਣਾ ਕੇ ਤੁਸੀਂ ਤਿਆਰ ਕਰਤਾ ਜੀ। ਔਰ ਮਾਰਜਨ ਬਣਨ ਦੇ ਵਿੱਚੋਂ ਬਾਅਦ ਤੁਸੀਂ ਆ ਕੇ ਹੁਣ ਡਿਜ਼ਾਈਨ ਦੇਖੋਗੇ ਵੀ ਕਿੱਥੇ ਡਿਜ਼ਾਈਨ ਆਇਆ। ਆਹ ਦਿਖਾਓ ਜੀ, ਮਤਲਬ ਇਹ ਆਪਣੇ ਆਪ ਡਿਜ਼ਾਈਨ ਕਰੂਗਾ ਵੀ ਦੰਦ ਕਿੱਦਾਂ ਦਾ ਹੋਣਾ ਚਾਹੀਦਾ। ਓਕੇ, ਸੋ ਆਹ ਦੰਦ ਤੁਹਾਡਾ ਡਿਜ਼ਾਈਨ ਕਰਤਾ ਕੰਪਿਊਟਰ ਨੇ। ਜਦੋਂ ਇਹ ਚੀਜ਼ ਰੈਡੀ ਹੋ ਗਈ ਫਿਰ ਤੁਸੀਂ ਮੈਨੂਫੈਕਚਰ 'ਤੇ ਆ ਜਾਓ। ਇਹ ਤੁਸੀਂ ਮਟੀਰੀਅਲ ਇਹਦੇ ਵਿੱਚ ਪਾਓਗੇ ਔਰ ਮੈਂ 1 ਮਿੰਟ ਮਟੀਰੀਅਲ ਲਿਆਉਣਾ ਤਾਂ ਕਿ ਤੁਹਾਨੂੰ ਦਿਖਾ ਵੀ ਦਈਏ। ਆਹ ਬਲੌਕ ਹੈ। ਓਕੇ, ਇਸ ਬਲੌਕ ਦੇ ਵਿੱਚੋਂ ਆਪਾਂ ਉਹ ਦੰਦ ਜਿਹੜਾ ਹੈਗਾ ਉਹਨੇ ਤਿਆਰ ਕਰਨਾ ਮਸ਼ੀਨ ਨੇ। ਸੋ ਆਹ ਹੁਣ ਤੁਹਾਨੂੰ ਮੈਂ ਮਸ਼ੀਨ ਦਿਖਾਉਣਾ ਜਿੱਥੇ ਇਹ ਤਿਆਰ ਹੁੰਦਾ ਜੀ। ਸੋ ਇਹ ਮਸ਼ੀਨ ਰੈਡੀ ਹੈ। ਇਹਦੇ 'ਚੋਂ ਪੁਰਾਣਾ ਇੱਕ ਕਰਾਊਨ ਬਣਿਆ ਹੋਇਆ ਸੀਗਾ, ਉਹਨੂੰ ਕੱਢ ਲੈਣਾ। ਬਣਾ ਚੁੱਕੇ ਇਹਦੇ 'ਚੋਂ, ਇਹਨੂੰ ਤੁਸੀਂ ਇਹਦੇ ਵਿੱਚ ਫਿਕਸ ਕਰ ਦੇਣਾ। ਬੰਦ ਕਰਨ ਤੋਂ ਬਾਅਦ ਇਹਨੂੰ ਸਟਾਰਟ ਕਰ ਦਿਓਗੇ। ਕਮਾਂਡ ਉਧਰੋਂ ਦਿੱਤੀ ਹੋਈ ਹੈ, ਉਧਰੋਂ ਕਮਾਂਡ ਦਿੱਤੀ ਵੀ ਆ। ਸੋ ਹੁਣ ਇਹ ਤੁਹਾਨੂੰ ਮਸ਼ੀਨ ਆਪਣੇ ਆਪ ਕਰਾਊਨ ਦੀ ਮਾਰਕ ਲਗਾਊਗੀ ਔਰ ਲਗਾਉਣ ਤੋਂ ਬਾਅਦ ਜਿਹੜਾ ਹੈਗਾ ਹੁਣ 8 ਮਿੰਟ ਦਾ ਪ੍ਰੋਸੈਸ ਸ਼ੋਅ ਕਰ ਰਿਹਾ ਜੀ। ਜੇ ਆਹ ਦੇਖੋਗੇ ਤੁਸੀਂ ਇੱਥੇ 8 ਮਿੰਟ ਹੈ, ਪਰ ਅਲਟੀਮੇਟਲੀ ਕੀ ਹੈਗਾ ਕਿ ਜਦੋਂ ਇਹਨੇ ਮਾਰਕ ਲਗਾ ਲਏ
ਇਹੀ ਚੀਜ਼ ਜਿਹੜੀ ਆ 4 ਮਿੰਟ ਤੇ ਰਹਿ ਜਾਣੇ। 4 ਮਿੰਟ ਦੇ ਵਿੱਚ ਜਿੰਨੀ ਦੇਰ 'ਚ ਆਪਾਂ ਗੱਲਾਂ ਕਰਨੀਆਂ ਨੇ, ਡਿਸਕਸ਼ਨ ਕਰਨੀ ਹੈ, ਇਹਨੇ ਕਰਾਊਨ ਤਿਆਰ ਕਰਕੇ ਇਹ ਕਰਾਊਨ ਬਾਹਰ ਆ ਜਾਣਾ। ਸੋ ਇਮੈਜਿਨ ਕਰੋ ਕਿ ਵੀ ਪੇਸ਼ੈਂਟਸ ਨੂੰ ਕਿੰਨੀ ਸੌਖ ਹੋ ਗਈ ਹੈ ਇਹਦੇ 'ਚ। ਰਾਈਟ, ਟੈਕਨੋਲੋਜੀ ਦੇ ਨਾਲ ਜਿਹੜਾ ਟਾਈਮ ਨੂੰ ਅਸੀਂ ਉਹ ਘਟਾ ਦਿੱਤਾ ਹੈ। ਘਟਾ ਦੇਣਾ। ਹੁਣ ਜੇ ਤੁਸੀਂ ਦੇਖੋਗੇ 6 ਮਿੰਟਾਂ ਦੇ ਵਿੱਚ ਇਹ ਕਰਾਊਨ ਬਣ ਕੇ ਆ ਜਾਣਾ। ਸੋ 6 ਮਿੰਟਾਂ ਬਾਅਦ ਜਿਹੜਾ ਕਰਾਊਨ ਹੈਗਾ, ਆਪਾਂ ਹੁਣ ਤੱਕ ਜਿਹੜੇ ਕਰਾਊਨਸ ਹੈਗੇ ਉਹਦੇ ਅੰਦਰ ਮੈਟਲ ਹੁੰਦਾ ਸੀਗਾ। ਠੀਕ ਹੈ। ਔਰ ਉਹ ਕਰਾਊਨ ਦੇ ਅੰਦਰ ਮੈਟਲ ਦੇ ਉੱਤੇ ਜਿਹੜਾ ਹੈਗਾ ਉੱਤੇ ਜ਼ਰਕੋਨੀਆ ਜਾਂ ਸੈਰਾਮਿਕ ਚੜਾਉਂਦੇ ਸੀਗੇ। ਸੋ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜੇ ਕਰਾਊਨ ਤੁਸੀਂ ਦੇਖੋਗੇ ਇਹਦੇ ਵਿੱਚ ਕੋਈ ਮੈਟਲ ਨਹੀਂ ਹੈ। ਠੀਕ ਹੈ। ਸੋ ਐਗਜ਼ੈਕਟਲੀ ਕਿੰਨੇ ਮਿੰਟ ਲੱਗਣੇ ਆ ਉਹ ਤਾਂ ਆਪਾਂ ਕਰਕੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਤੀ ਆ ਵੀ ਆਪਾਂ ਇੰਨੇ ਮਿੰਟਾਂ ਦੇ ਵਿੱਚ ਜਿੰਨੇ ਜੋ ਗੱਲ ਕਰਾਂਗੇ। ਪੇਸ਼ੈਂਟ ਹੈਗਾ, ਪੇਸ਼ੈਂਟ ਨੂੰ ਕਹਿੰਦਾ ਤੁਸੀਂ ਕੌਫੀ ਪੀਓ ਜੀ, ਅਸੀਂ ਕਰਾਊਨ ਤਿਆਰ ਕਰਦੇ ਹਾਂ। ਸੋ ਖੜੇ ਪੈਰੀ ਜਿਹੜਾ ਹੈਗਾ ਇਹ ਚੀਜ਼ ਕਰਨੀ ਹੈ, ਉਹ ਪੇਸ਼ੈਂਟਸ ਵਾਸਤੇ ਜਿਹੜੇ ਬਾਹਰ ਉਹ ਟਾਈਮ ਸੇਵਿੰਗ ਬਹੁਤ ਹੋ ਗਈ। ਪਲੱਸ ਜਿਹੜੀ ਕੁਆਲਿਟੀ ਅਤੇ ਪਰਫੈਕਸ਼ਨ ਨਾਲ ਉਹਦਾ ਦੀ ਚੀਜ਼ ਮਿਲਣੀ ਆ, ਉਹ ਇੱਕ ਸਭ ਤੋਂ ਵੱਡੀ ਚੀਜ਼ ਆਉਂਦੀ ਹੈਗੀ ਆ। ਸੋ ਜਦੋਂ ਇਹ ਸਾਰਾ ਕੰਮ ਹੋ ਜਾਂਦਾ, ਕਈ ਕਰਾਊਨਸ ਹੁੰਦੇ ਆ ਜਿਹੜੇ ਕਿ ਸਾਡਾ ਮਟੀਰੀਅਲ ਬਹੁਤ ਸਟਰੋਂਗ ਚਾਹੀਦਾ, ਉਹਨੂੰ ਫਿਰ ਪਕਾਉਣ ਵਾਸਤੇ ਜਿਹੜੀ ਆ ਮਸ਼ੀਨ ਆ ਜਾਂਦੀ, ਇਹਨੂੰ ਸਿੰਟਰਿੰਗ ਮਸ਼ੀਨ ਕਹਿੰਦੇ ਆ। ਸੋ ਇਹ ਮਸ਼ੀਨ ਦੇ ਵਿੱਚ ਜੇ ਅਸੀਂ ਬਹੁਤ ਜ਼ਿਆਦਾ ਪੇਸ਼ੈਂਟ ਕਹਿੰਦਾ ਜੀ ਮੈਨੂੰ ਬਿਲਕੁਲ ਚਮਕਦਾ ਹੋਇਆ ਦੰਦ ਚਾਹੀਦਾ, ਕਿਸੇ ਨੂੰ ਕੋਈ ਚੀਜ਼ ਆਉਂਦਾ, ਉਹ ਐਡੀਸ਼ਨਲ ਟਾਈਮ ਇਹਦੇ 'ਚ ਲਾ ਕੇ 5-7 ਮਿੰਟਾਂ ਦੇ ਵਿੱਚ ਉਹ ਜਿਹੜਾ ਚਮਕ ਹੈਗੀ ਆ ਜਾਂ ਉਹਦੇ 'ਚ ਰੰਗ ਬਦਲਣਾ, ਉਹ ਚੀਜ਼ ਅਸੀਂ ਬਦਲ ਕੇ ਉਹਨੂੰ ਪੇਸ਼ੈਂਟ ਨੂੰ ਟਾਈਮ ਨਾਲ ਦੇ ਸਕਦੇ ਹੈਗੇ। ਔਰ ਜਿਹੜਾ ਇਹ ਰੰਗ ਬਦਲ ਕੇ ਦਿੱਤਾ ਜਾਂਦਾ ਉਸ ਤੋਂ ਬਾਅਦ ਤੇ ਨਹੀਂ ਬਾਅਦ 'ਚ ਉਹਦਾ ਚੇਂਜ ਹੁੰਦਾ, ਜਿਵੇਂ ਟਾਈਮਲੀ ਅਸੀਂ ਨਾਰਮਲ ਨੈਚੁਰਲ ਵੀ ਚੇਂਜ ਹੋ ਜੋ ਇੱਕ ਵਾਰੀ ਚੜਾਤਾ ਜੀ, ਉਹਦੇ 'ਚ ਮਤਲਬ ਕੋਈ ਚੇਂਜ ਨਹੀਂ ਆਉਂਦੀ ਹੈਗੀ। ਕੋਈ ਖਾਣ ਪੀਣ ਦੇ ਨਾਲ ਕੋਈ ਖਾਣ ਪੀਣ ਨਾਲ, ਜਿਵੇਂ ਕਹਿੰਦੇ ਨਾ ਹਲਦੀ ਨਾਲ ਜਿਹੜੇ ਦੰਦ ਪੀਲੇ ਹੋ ਗਏ ਜਾਂ ਕੋਈ ਦੰਦ ਚੀਜ਼ ਆ, ਉਹ ਚੀਜ਼ ਕੁਛ ਨਹੀਂ ਆਉਂਦੀ ਹੈਗੀ। ਹੁਣ ਪੇਸ਼ੈਂਟ ਜਿਵੇਂ ਇਹਦੇ 'ਚੋਂ ਜੇ ਤੁਸੀਂ ਹੁਣ ਇੰਪਲਾਂਟ ਕੀਤੇ ਹੋਏ ਆ, ਹੁਣ ਇੰਪਲਾਂਟ ਕੀਤਾ ਹੋਇਆ, ਇਹਦੇ 'ਚ ਇੰਪਲਾਂਟ ਆ ਤਾਜ਼ਾ ਕੀਤਾ ਹੈਗਾ। ਇਹ ਆਲਮੋਸਟ ਲਾਈਕ 9-10 ਸਾਲ ਪਹਿਲਾਂ ਇੰਪਲਾਂਟ ਕੀਤਾ ਸੀਗਾ। ਔਰ ਸੋ ਇਹਨਾਂ ਦੀ ਫਰਕ ਤੇ ਇਹਨਾਂ ਦੇ ਜੋ ਮਸ਼ੀਨ ਨੇ ਬਣਾਇਆ ਬਹੁਤ ਫਰਕ ਹੈ ਕਰਾਊਨਸ ਦਾ। ਸੋ ਉਹਦੇ ਕਰਕੇ ਜਿਹੜਾ ਹੈਗਾ ਇਹ ਸਾਰੇ ਕੰਮ ਨੂੰ ਘੱਟੋ ਘੱਟ 5 ਦਿਨ ਲੱਗੇ, ਆਹ ਸਾਰੇ ਕੰਮ ਨੂੰ 1 ਘੰਟਾ ਲੱਗਿਆ। ਸੋ ਬਿਲਕੁਲ ਨਾਲ ਦਾ ਹੀ ਜਾਂਦਾ ਹੈਗਾ। ਸੋ ਉਹ ਚੀਜ਼ ਆ ਜਾਂਦੀ ਹੈਗੀ ਆ। ਸੋ ਅਲਟੀਮੇਟਲੀ ਜਿਹੜੀ ਚੀਜ਼ ਅਸੀਂ ਅਚੀਵ ਕਰਨਾ ਚਾਹੁੰਦੇ, ਜੋ ਸੁਪਨਾ ਸੀ, ਉਹ ਸਾਡੇ NRI ਭੈਣ ਭਰਾ ਵਾਸਤੇ ਉਹ ਚੀਜ਼ ਅਸੀਂ ਰਿਐਲਿਟੀ ਦੇ ਵਿੱਚ ਆ ਸਕੇ ਹਾਂ ਔਰ ਲਿਆ ਸਕੇ ਹਾਂ। ਸੋ ਕਰਾਊਨ ਸਾਡਾ ਉਧਰ ਮਸ਼ੀਨ ਦੇ ਵਿੱਚ ਰੈਡੀ ਹੋ ਰਿਹਾ ਜੀ, ਤੇ ਅਸੀਂ ਦੂਸਰੀ ਸਾਈਡ ਦੇ ਕਲੀਨਿਕ ਦੇ ਵਿੱਚ ਆ ਗਏ ਹਾਂ। ਸੋ ਇੱਥੇ ਵੀ ਦੇਖਦੇ ਹਾਂ ਕਿ ਕੀ ਮਸ਼ੀਨਾਂ ਨੇ ਔਰ ਕਿਵੇਂ ਵਰਕ ਹੁੰਦਾ ਇਸ ਦਾ। ਸੋ ਜੀ ਡਾਕਟਰ ਸਾਹਿਬ, ਇਹ ਸੇਮ ਉਹੀ ਚੇਅਰਸ ਹੈਗੀਆਂ ਇਹ, ਬਟ ਜਿਵੇਂ ਕਹਿ ਲਓ ਵੀ ਟੈਕਨੋਲੋਜੀ ਦਾ ਫਰਕ ਹੈਗਾ ਇਹਨਾਂ ਚੇਅਰਸ ਦਾ। ਇਸ ਚੇਅਰਸ ਦੇ ਉੱਤੇ ਅਸੀਂ ਆਮ ਸਰਜੀਕਲ ਐਕਸਟਰੈਕਸ਼ਨਸ ਹੋ ਗਈਆਂ ਜਾਂ ਮਤਲਬ ਰੂਟ ਕਨਾਲ ਹੋ ਗਈਆਂ, ਸਕੇਲਿੰਗ ਹੋ ਗਈ, ਦੰਦਾਂ ਦੀ ਸਫਾਈ ਹੋ ਗਈ, ਉਹ ਚੀਜ਼ ਆ ਜਾਂਦਾ, ਸਟਰਲਾਈਜੇਸ਼ਨ ਆ ਗਈ, ਉਹ ਸਾਰਾ ਜਿੰਨਾ ਹੈਗਾ ਇੱਥੇ ਕਰੀਦਾ ਹੈਗਾ ਇਸ ਕਲੀਨਿਕ ਦੇ ਵਿੱਚ। ਜਿਹੜਾ ਪਰਲਾ ਹੈਗਾ ਕਲੀਨਿਕ ਜਿੱਥੇ ਆਪਾਂ ਪਹਿਲਾਂ ਦੇਖ ਰਹੇ ਸੀ, ਉਹ ਸਿਰਫ ਜ਼ਿਆਦਾਤਰ ਇੰਪਲਾਂਟਸ ਹੀ ਕਰੀਦੇ, ਤਾਂ ਕਿ ਕਿਉਂਕਿ ਉਹਨੂੰ ਸਟਰਲਾਈਜ਼ ਕਰਨਾ, ਉਹਨੂੰ ਹਰ ਰੋਜ਼ ਜਿਹੜਾ ਹੈਗਾ ਫਿਊਮੀਗੇਟ ਕਰੀਦਾ ਤਾਂ ਕਿ ਉਹ ਏਰੀਆ ਕਲੀਅਰ ਅਤੇ ਸੈਨੀਟਾਈਜ਼ ਹੋ ਜਾਏ ਜੀ। ਸੋ ਉਹ ਫਰਕ ਹੈਗਾ। ਰਾਈਟ। ਸੋ ਅਗਰ ਡਾਕਟਰ ਸਾਹਿਬ ਮੈਂ ਗੱਲ ਕਰਾਂ ਕਿ ਬਾਹਰੋਂ ਜਿਵੇਂ ਲੋਕਾਂ ਨੇ ਕਈ ਵਾਰੀ ਅਪੋਇੰਟਮੈਂਟ ਲੈ ਕੇ ਆਉਣਾ ਹੁੰਦਾ ਹੈ ਪਹਿਲਾਂ, ਕਿਉਂਕਿ ਟਾਈਮ ਫਿਕਸ ਕਰਨਾ ਹੁੰਦਾ ਹੈ ਨਾ, ਤਾਂ ਉਸ ਦੇ ਲਈ ਕੀ ਤਰੀਕਾ ਹੈਗਾ ਤੁਹਾਡੇ ਨਾਲ ਸੰਪਰਕ ਕਰਨ ਦਾ ਔਰ ਜਾਣਕਾਰੀ ਲੈਣ ਦਾ? ਸੋ ਹੁਣ ਕੀ ਆ ਜੀ, ਹੁਣ ਤਾਂ ਵਰਡ ਆਫ ਮਾਊਥ ਦੇ ਉੱਤੇ ਤਕਰੀਬਨ 90% ਜਿਹੜੀਆਂ ਫੋਨ ਕਾਲਸ ਮੈਨੂੰ ਆਉਂਦੀਆਂ ਅੱਗੇ ਤੋਂ ਅੱਗੇ ਪੇਸ਼ੈਂਟਸ ਦੇ ਨਾਲ, ਪਲੱਸ ਜਿਹੜਾ ਜੋ ਹਮਦਰਦ ਮੀਡੀਆ ਗਰੁੱਪ ਹਰ ਰੋਜ਼ ਇੱਕ ਜਿਹੜੀ ਮੇਰੀ ਇੰਟਰਵਿਊ ਚਾਹੇ ਉਹ 2 ਮਿੰਟ ਦੀ ਹੈ ਜਾਂ 3 ਮਿੰਟ ਦੀ ਹੈ, ਉਹ ਚਲਾਉਂਦੇ ਹੈਗੇ ਆ। ਉਹ ਇੱਕ ਅਵੇਅਰਨੈਸ ਲੋਕਾਂ ਦੇ ਦਿਮਾਗ ਦੇ ਵਿੱਚ, ਦਿਲਾਂ ਦੇ ਵਿੱਚ ਜਿਹੜਾ ਹੈਗਾ, ਉਹ ਰਣਬਾਜ ਹੌਸਪੀਟਲ ਜਾਂ ਡਾਕਟਰ ਮਾਨ ਇਹ ਪੱਕੇ ਦੰਦ ਲਾਉਣ ਵਾਲਾ ਜਿਹੜਾ ਹੈਗਾ, ਉਹ ਚੀਜ਼ ਲੋਕਾਂ ਦੇ ਦਿਲਾਂ ਦੇ ਵਿੱਚ ਬਿਠਾਤੀ ਹੈ। ਔਰ ਇਹੀ ਚੀਜ਼ ਮੈਂ ਕਹਿੰਦਾ ਵੀ ਬਹੁਤ ਬਹੁਤ ਧੰਨਵਾਦ ਹੈ ਹਮਦਰਦ ਮੀਡੀਆ ਗਰੁੱਪ ਦਾ
ਕਿ ਮੈਨੂੰ ਇਹ ਚੀਜ਼ ਲੈਵਲ 'ਤੇ ਜਿਹੜਾ ਹੈਗਾ ਸਾਡੀ ਪ੍ਰੈਕਟਿਸ ਗਈ ਹੈਗੀ ਆ, ਉਹ ਜੋ ਵੱਡੇ ਲੈਵਲ 'ਤੇ ਪ੍ਰਮੋਸ਼ਨ ਹੁੰਦੀ ਹੈ, ਹਰ ਰੋਜ਼ ਪ੍ਰਮੋਸ਼ਨ ਹੋਣਾ, ਲੋਕਾਂ ਦੇ ਦਿਮਾਗ 'ਚ ਉਹ ਚੀਜ਼ ਪੈ ਜਾਂਦੀ ਹੈਗੀ ਆ। ਸੋ ਉਸ ਕਰਕੇ ਉਹਦੇ ਵਿੱਚ ਜੋ ਸਕਰੀਨ 'ਤੇ ਨੰਬਰ ਚੱਲਦੇ ਆ, ਲੋਕ ਉੱਥੋਂ ਪੇਸ਼ੈਂਟਸ ਜਿਹੜੇ ਹੈਗੇ ਉੱਥੋਂ ਚੱਕ ਲੈਂਦੇ ਉਹ ਨੰਬਰ, ਔਰ ਮੈਨੂੰ ਉਸ 'ਤੇ ਕਾਲ ਕਰ ਲੈਂਦੇ ਆ, ਜਾਂ ਸਾਡੇ ਵੌਇਸ ਮੇਲ ਵੀ ਛੱਡ ਦਿੰਦੇ ਹੈਗੇ ਆ। ਸੋ ਅੱਗੇ ਦੀ ਅੱਗੇ ਜਿਹੜਾ ਹੈਗਾ ਹੁਣ ਬਹੁਤ ਸੌਖਾ ਹੋ ਗਿਆ। ਪੇਸ਼ੈਂਟਸ ਨੂੰ ਸਾਡੇ ਨਾਲ ਬਾਹਲਾ ਡਿਸਕਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਵਟਸਐਪ ਕਾਲ ਕੀਤੀ, ਵਟਸਐਪ ਦੇ ਉੱਤੇ ਐਕਸਰੇਜ਼ ਵੀ ਆ ਗਏ, ਔਰ ਉਹ ਐਕਸਰੇ ਜਿਹੜਾ ਦੇਖ ਕੇ ਮੈਂ ਪੇਸ਼ੈਂਟ ਨੂੰ ਐਗਜ਼ੈਕਟ ਅਮਾਊਂਟ ਦੱਸ ਸਕਦਾ ਵੀ ਕਿੰਨੇ ਤੁਹਾਡਾ ਖਰਚਾ ਆਊਗਾ, ਔਰ ਜੋ ਖਰਚਾ ਇੱਕ ਵਾਰੀ ਕਹਿ ਤਾ ਉਹਨੂੰ ਅਸੀਂ ਸਟਿਕ ਕਰੀਦਾ ਹੈਗਾ ਜੀ। ਖਰਚੇ ਦੀ ਜਿਹੜੀ ਗੱਲ ਹੈ ਨਾ ਡਾਕਟਰ ਸਾਹਿਬ, ਇਹੀ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਜਦੋਂ ਤੁਸੀਂ ਵੀ ਡੈਂਟਲ ਟੂਰਿਜ਼ਮ ਦਾ ਸਟਾਰਟ ਕੀਤਾ ਅਤੇ ਉਸ ਤੋਂ ਬਾਅਦ ਰਣਬਾਜ ਹੌਸਪੀਟਲ ਦੀ ਸ਼ੁਰੂਆਤ ਕੀਤੀ। ਤੁਸੀਂ ਵੀ ਇਹ ਚਾਹੁੰਦੇ ਸੀਗੇ ਕਿ ਲੋਕਾਂ ਨੂੰ ਬਾਹਰ ਦੇ ਮੁਕਾਬਲੇ ਇੱਥੇ ਥੋੜ੍ਹਾ ਜਿਹਾ ਰੀਜ਼ਨੇਬਲ ਅਸੀਂ ਟਰੀਟਮੈਂਟ ਦੇ ਸਕੀਏ। ਅਤੇ ਦੂਜੀ ਗੱਲ ਹੈ, ਜਿਹੜੀਆਂ ਫੈਸਿਲਿਟੀਜ਼ ਸਮ ਟਾਈਮ ਉਹਨਾਂ ਦੀ ਅਪਰੋਚ ਦੇ ਵਿੱਚ ਨਹੀਂ ਰਹਿੰਦੀਆਂ, ਉਹ ਆ ਸਕਣ ਜਿਹੜੇ ਲੋਕ ਇੱਥੇ ਨੇ, ਹੈ ਨਾ। ਸੋ ਉਸ ਦੇ ਉੱਤੇ ਅਗਰ ਗੱਲ ਕਰੀਏ ਤਾਂ ਕਿੰਨਾ ਕੁ ਕੋਸਟ ਇਫੈਕਟਿਵ ਹੁਣ ਪੈਂਦਾ ਹੈ ਜਦੋਂ ਇੱਥੇ ਆ ਕੇ ਟਰੀਟਮੈਂਟ ਲੋਕੀ ਕਰਾਉਂਦੇ ਆ? ਤੁਸੀਂ ਦੇਖੋ ਜੀ, ਇਹ ਆਲਮੋਸਟ 1/5 ਰੇਟ ਦਾ ਰੇਟ ਆਫ ਜੋ ਟਰੀਟਮੈਂਟ ਇੰਪਲਾਂਟਸ ਹੈ ਜੋ ਉੱਥੇ ਬਾਹਰ ਹੁੰਦੇ ਆ, ਉਹ 1/5 ਰੇਟ ਦੇ ਉੱਤੇ ਅਸੀਂ ਲਗਾ ਰਹੇ ਹਾਂ। ਸੇਮ ਕੁਆਲਿਟੀ, ਸੇਮ ਇੰਪਲਾਂਟ, ਔਰ ਮਤਲਬ ਈਵਨ ਦਾ ਕਰਾਊਨਸ ਜਿਹੜੇ ਹੈਗੇ ਆ, ਕਰਾਊਨ ਤਾਂ ਅਸੀਂ ਹੁਣ ਕਿਉਂਕਿ ਆਪਦੇ ਕੋਲ ਮਸ਼ੀਨ ਹੈਗੀ ਆ, ਉਸ ਕਰਕੇ ਅਸੀਂ ਬੈਟਰ ਕਰਾਊਨਸ ਵੀ ਲਾ ਰਹੇ ਹੈਗੇ ਆ ਜੀ। ਸੋ ਇਸ ਕਰਕੇ ਬਹੁਤ ਫਰਕ ਹੈਗਾ। ਸੋ ਉਧਰ ਦਾ ਕਰਾਊਨ ਦਾ ਜਿਹੜਾ ਪ੍ਰੋਸੈਸ ਖਤਮ ਹੋਣ ਵਾਲਾ, ਉਹ ਮੈਂ ਤੁਹਾਨੂੰ ਦਿਖਾ ਦੇਣਾ ਹੈਗਾ ਫਿਰ। ਸੋ ਹੁਣ ਤੁਸੀਂ ਦੇਖੋਗੇ ਕਿ ਆਲਮੋਸਟ ਲਾਈਕ 20-25 ਸੈਕਿੰਡ ਦਾ ਕੰਮ ਰਹਿ ਗਿਆ। 6 ਮਿੰਟ ਦੇ ਵਿੱਚ ਤੁਹਾਨੂੰ ਕਰਾਊਨ ਇੱਕ ਤਰ੍ਹਾਂ ਦਾ ਰੈਡੀ ਹੋ ਕੇ ਆਊਗਾ। ਤੁਸੀਂ ਦੇਖੋਗੇ ਮਸ਼ੀਨ ਦੇ ਨੂੰ ਫੋਕਸ ਕਰਕੇ ਦਿਖਾ ਦਿਓ। ਹੁਣ ਉਸ ਕਰਾਊਨ ਨੂੰ ਬਲੌਕ ਦੇ ਵਿੱਚੋਂ ਡਿਟੈਚ ਕਰ ਰਹੇ ਆ, ਉਹ ਕਰਾਊਨ ਉਹਦੇ ਚੋਂ ਨਿਕਲੇਗਾ, ਇਹ ਖੁੱਲ ਜਾਣੀ ਮਸ਼ੀਨ। ਗ੍ਰੀਨ ਲਾਈਟ ਹੋ ਗਈ। ਆਹ ਕਰਾਊਨ ਜਿਹੜਾ ਦੇਖੋ ਇਹ ਬਣ ਕੇ ਆ ਗਿਆ। ਰਾਈਟ, ਕੀ ਬਾਤ ਹੈ। ਜਿਵੇਂ ਦਾ ਵਿੱਚ ਕੰਪਿਊਟਰ ਸਕਰੀਨ ਦੇ ਵਿੱਚ ਦੇਖਦੇ ਸੀ, ਬਿਲਕੁਲ ਜੋ ਚੀਜ਼ ਉਹ ਬਣੀ ਹੈ ਉਹੀ ਬਣ ਕੇ ਇੱਧਰ ਆ ਗਈ ਹੈ। ਸੋ ਇਹ ਹੁਣ ਤੁਸੀਂ ਦੇਖੋ ਵੀ ਅੱਧਾ ਮਿੰਟ ਲੱਗਣਾ ਪੇਸ਼ੈਂਟ ਦੇ ਫਿਕਸ ਹੋ ਜਾਣਾ। ਸੋ ਇਮੈਜਿਨ ਕਰੋ ਕਿ 6 ਮਿੰਟਾਂ ਦੇ ਵਿੱਚ ਕਰਾਊਨ ਜਿਹੜਾ ਹੈਗਾ ਬਣ ਕੇ ਆ ਰਿਹਾ। ਉਹ ਚੀਜ਼ ਨੂੰ ਤੁਸੀਂ ਸੋਚੋ ਵੀ ਕਿੰਨੀ ਟੈਕਨੋਲੋਜੀ ਦਾ ਕਿੰਨਾ ਫਾਇਦਾ ਹੋਣਾ ਸਾਡੇ ਬਾਹਰਲੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਆਉਣ ਵਾਲੇ NRI ਭੈਣ ਭਰਾਵਾਂ ਨੂੰ। ਜ਼ਿਆਦਾ ਕੀ ਬਾਤ ਹੈ ਸਰ। ਅਤੇ ਅਗਰ ਅਪੋਇੰਟਮੈਂਟ ਦੀ ਗੱਲ ਕਰੀਏ, ਸੋ ਸ਼ਡਿਊਲ ਕਿੰਨਾ ਕੁ ਜਿਹੜਾ ਬਿਜ਼ੀ ਰਹਿੰਦਾ ਜਾਂ ਫਰੀ ਰਹਿੰਦਾ ਕਿ ਸੈਟਲ ਹੋ ਜਾਂਦਾ, ਕਿੰਨਾ ਕੁ ਵੇਟਿੰਗ? ਅਪੋਇੰਟਮੈਂਟ ਤਾਂ ਮੈਂ ਜ਼ਰੂਰ ਕਹਿਣਾ ਜੀ ਕਿ ਤੁਸੀਂ ਮਤਲਬ ਮੇਰੇ ਕੋਲ ਮਿਨੀਮਮ ਜਿਹੜਾ ਹੈਗਾ 20 ਤੋਂ 25 ਦਿਨ ਜਿਹੜੇ ਹੈਗੇ ਆ, ਉਹ ਪਹਿਲਾਂ ਮੈਨੂੰ ਦੱਸੋ ਤਾਂ ਕਿ ਤਿਆਰੀ ਕਰਕੇ ਰੱਖੀਏ, ਕਿਸੇ ਦਾ ਟਾਈਮ ਜ਼ਾਇਆ ਨਾ ਹੋਵੇ। ਸੋ ਉਹ ਚੀਜ਼ ਆ ਜਾਂਦੀ ਹੈਗੀ ਆ। ਸੋ ਅਪੋਇੰਟਮੈਂਟ ਦਾ ਤਾਂ ਹੁਣ ਪੇਸ਼ੈਂਟਸ ਜਿਹੜੇ ਆ ਫੋਨ 'ਤੇ ਕਾਲ ਕਰ ਲੈਂਦੇ। ਈਵਨ ਕਈ ਪੇਸ਼ੈਂਟ ਤਾਂ ਮੇਰੇ ਕੋਲੋਂ 8-8 10-10 ਮਹੀਨੇ ਪਹਿਲਾਂ ਦੀ ਅਪੋਇੰਟਮੈਂਟ ਫਿਕਸ ਕਰਾ ਲੈਂਦੇ ਕਿ ਜੀ ਅਸੀਂ ਇਸ ਮਹੀਨੇ 'ਚ ਆਉਣਾ ਔਰ ਸਾਡਾ ਟਾਈਮ ਫਿਕਸ ਕਰ ਲਓ ਤੁਸੀਂ ਜੀ। ਇਸ ਤੋਂ ਇਲਾਵਾ ਤੁਸੀਂ ਬੜਾ ਸੋਹਣਾ ਕੈਫੇਟੇਰੀਆ ਵੀ ਬਣਾਇਆ, ਮਤਲਬ ਉੱਥੇ ਕੈਫੇ ਬਣਿਆ ਹੋਇਆ ਪ੍ਰੋਪਰ, ਤਾਂ ਉਹਦੇ ਬਾਰੇ ਕਿਵੇਂ ਖਿਆਲ ਹੈ? ਡੈਂਟਲ ਟੂਰਿਜ਼ਮ ਕੀ ਹੈ ਜੀ ਕਿ ਡੈਂਟਲ ਟੂਰਿਜ਼ਮ ਇਹ ਹੈ ਕਿ ਤੁਸੀਂ ਟਰੀਟਮੈਂਟ ਪ੍ਰੋਵਾਈਡ ਕੀਤਾ, ਔਰ ਟਰੀਟਮੈਂਟ ਕੀ ਆ, ਹੁਣ ਪੇਸ਼ੈਂਟ ਬਾਹਰ ਬੈਠੇ ਆ, ਵੇਟ ਕਰ ਰਿਹਾ, ਉਹਨਾਂ ਨੂੰ ਜਿਹੜਾ ਕੈਫੇ ਆ ਇਹ ਮੈਂ ਆਪਣਾ ਬ੍ਰਾਂਡ ਲਾਂਚ ਕੀਤਾ ਹੈਗਾ, RD's ਦਾ 30th ਪੈਰਲਲ ਕੌਫੀ ਐਂਡ ਨਿਬਲਸ ਦਾ। ਸਾਰੀ ਦੀ ਸਾਰੇ ਕੌਫੀ ਬੀਨਸ ਜਿਹੜੇ ਆ ਮੇਰੇ ਕੈਨੇਡਾ ਤੋਂ ਹੀ ਆ ਰਹੇ ਆ। ਸੋ ਉਹ ਜਿਹੜੇ ਹੈਗੇ ਆ ਕੈਨੇਡਾ ਤੋਂ ਆ ਕੇ ਉਹ ਪੇਸ਼ੈਂਟਸ ਨੂੰ, ਉਹੀ ਜਿਹੜੇ ਬਾਹਰੋਂ ਪੇਸ਼ੈਂਟਸ ਆਉਂਦੇ ਨੇ, ਉਹ ਕਹਿੰਦਾ ਜੀ ਕਮਾਲ ਦੀ ਕੌਫੀ ਹੈ। ਔਰ ਈਵਨ ਜਿਹੜਾ ਖਾਣ ਮਤਲਬ ਪੇਸ਼ੈਂਟ ਮੇਰੇ ਕੋਲ ਰਹਿ ਰਿਹਾ ਹੈਗਾ, ਸਾਡੇ ਹੌਸਪੀਟਲ 'ਚ ਰਹਿੰਦਾ, ਉਹਨਾਂ ਨੂੰ ਖਾਣਾ ਜੋ ਸਵੇਰੇ ਦੁਪਹਿਰੇ ਸ਼ਾਮ ਪ੍ਰੋਵਾਈਡ ਕਰਨਾ ਅਸੀਂ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ, ਰਹਿਣਾ ਸਹਿਣਾ। ਸੋ ਕੈਫੇ ਬੇਸਿਕਲੀ ਕੀ ਹੈ ਕਿ ਬੰਦੇ ਦਾ ਜੀ ਲੱਗਿਆ ਰਹਿੰਦਾ ਵੀ ਚਲੋ ਭਾਈ ਬਹਿ ਕੇ ਯਾਰ ਅੱਧਾ ਘੰਟਾ ਕੌਫੀ ਪੀ ਲਓ। ਜਦੋਂ ਨੂੰ ਕੌਫੀ ਪੀਤੀ ਉਦੋਂ ਨੂੰ ਤੁਹਾਡਾ ਜਿਹੜਾ ਹੈਗਾ ਡੈਂਟਲ ਟਰੀਟਮੈਂਟ ਜਾਂ ਕਰਾਊਨਸ ਜਾਂ ਕੋਈ ਵੀ ਮਟੀਰੀਅਲ ਹੈ ਉਹ ਰੈਡੀ ਹੋ ਗਿਆ।
Right. ਸੋ ਉਹ ਚੀਜ਼ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਵੱਡਾ ਇੱਕ ਤਰ੍ਹਾਂ ਦੀ ਸਪੋਰਟ ਹੈ। ਔਰ ਵੈਸੇ ਵੀ ਕਹਿੰਦੇ ਆਪਣੇ ਪੰਜਾਬੀਆਂ ਨੂੰ ਹੈ ਕਿ ਤੁਹਾਡੀ ਜਿਹੜੇ ਹੌਸਪਿਟੈਲਿਟੀ ਹੈ ਨਾ, ਇਹ ਸਾਡੇ ਖੂਨ 'ਚ ਹੈ। ਸੇਵਾ ਕਰਨੀ ਜਿਹੜੀ ਹੈਗੀ ਆ ਕਿ ਕਿਸ ਨੂੰ ਕੋਈ ਘਰੇ ਆਇਆ ਅਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਖਾਣਾ ਪੀਣਾ ਅਤੇ ਹੋਰ ਆਪਦਾ ਜੋ ਇੰਜੋਏ ਕਰ ਸਕਦੇ ਆ, ਬੈਠ ਕੇ ਉਹਨਾਂ ਨੂੰ ਜਿਹੜਾ ਬੈਸਟ ਆਫ ਦਾ ਕੰਫਰਟ ਦਿੱਤਾ ਜਾਵੇ, ਪਲੱਸ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੇਵਾ ਕਰਕੇ ਜਿਹੜੀ ਆ ਉਹ ਆਪਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਨੂੰ, ਜਿਵੇਂ ਸਾਡੇ ਗੁਰੂਆਂ ਨੇ ਸਿਖਾਇਆ। ਡਾਕਟਰ ਸਾਹਿਬ ਤਕਰੀਬਨ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਤੁਹਾਡੇ ਨਾਲ ਕਾਫੀ ਹੈ ਨਾ, ਔਰ ਮੇਰੇ ਜੋ ਦਿਲ 'ਚ ਸਵਾਲ ਸੀਗੇ ਮੈਂ ਉਹ ਵੀ ਕੀਤੇ, ਪਰ ਅਗਰ ਕੋਈ ਐਸੀ ਗੱਲ ਰਹਿ ਗਈ ਹੋਵੇ ਜੋ ਤੁਸੀਂ ਦਰਸ਼ਕਾਂ ਦੇ ਨਾਲ ਜਾਂ ਆਪਣੇ ਪੇਸ਼ੈਂਟਸ ਦੇ ਨਾਲ ਕਰਨਾ ਚਾਹੁੰਦੇ ਹੋ, ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਕੀ ਹੋਏਗੀ? ਮੈਂ ਸਾਰੇ ਮਰੀਜ਼ਾਂ ਨੂੰ ਜਿੰਨੇ ਸਾਡੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਨੇ, ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਫਿਰ ਮੈਂ ਉਦੋਂ ਪਹਿਲਾਂ ਕਿ ਆਪਾਂ ਇੰਟਰਵਿਊ ਖ਼ਤਮ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੁਹਾਡੇ ਆਸ਼ੀਰਵਾਦ ਨਾਲ ਅਸੀਂ ਦਿਨ ਬ ਦਿਨ ਨਵੀਂ ਟੈਕਨੋਲੋਜੀ ਲਿਆ ਰਹੇ ਹਾਂ, ਨਵੀਆਂ ਟੈਕਨੀਕਾਂ ਲਿਆ ਰਹੇ ਹਾਂ, ਔਰ ਇੱਦਾਂ ਹੀ ਮੈਨੂੰ ਸਪੋਰਟ ਕਰਦੇ ਰਿਹਾ ਜੇ। ਰਣਬਾਜ ਹੌਸਪੀਟਲ ਦਾ ਨਾਂ ਹੋਰ ਤੁਹਾਡੇ ਆਉਣ ਨਾਲ ਵਧੂਗਾ। ਔਰ ਬਾਕੀ ਬਖਸ਼ਿਸ਼ ਅਕਾਲ ਪੁਰਖ ਦੀ ਬਖਸ਼ਿਸ਼ ਚਾਹੀਦੀ ਹੈ ਕਿ ਤੁਹਾਡੇ ਬਾਤ ਦੀ ਸ਼ਫਾ ਜਿਹੜੀ ਹੈ ਉਹ ਇਨਸਾਨ ਕੋਲੇ ਨਹੀਂ ਹੁੰਦੀ, ਰੱਬ ਦੀ ਮਿਹਰ ਨਾਲ ਜਿਹੜੀ ਹੈਗੀ ਸ਼ਫਾ ਮਿਲਦੀ ਹੈ। ਸੋ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇੱਦਾਂ ਹੀ ਸ਼ਫਾ ਜਿਹੜੀ ਹੈ ਵਧਾਈ ਚੱਲੇ, ਔਰ ਵੱਧ ਤੋਂ ਵੱਧ ਵਧੀਆ ਟਰੀਟਮੈਂਟ ਜਿਹੜਾ ਹੈਗਾ ਸਾਰੇ ਮਰੀਜ਼ਾਂ ਦਾ ਮੈਂ ਕਰ ਸਕਾਂ, ਔਰ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਹੜੀ ਆ ਖੁਰਾਕ ਜਿਹੜੀ ਆ ਵਾਸਤੇ ਬੈਸਟ ਦੰਦ ਨੇ ਉਹ ਪ੍ਰੋਵਾਈਡ ਕਰ ਸਕੀਏ। ਔਰ ਇੱਦਾਂ ਹੀ ਆਉਂਦੇ ਰਹੋ ਔਰ ਸਾਨੂੰ ਸਪੋਰਟ ਕਰਦੇ ਰਹੋ, ਅਸੀਂ ਤੁਹਾਡੀ ਸੇਵਾ ਕਰਦੇ ਰਹੀਏ, ਸਾਡੀ ਇਹੀ ਆਸ ਹੈ। ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ, ਔਰ ਤੁਸੀਂ ਆਪਣਾ ਕੀਮਤੀ ਸਮਾਂ ਵੀ ਦਿੱਤਾ ਸਾਨੂੰ ਔਰ ਸਭ ਕੁਝ ਦਿਖਾਇਆ। ਔਰ ਅਸੀਂ ਦਰਸ਼ਕਾਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਕਿ ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਆਲੇ ਦੁਆਲੇ ਦੇ ਸਭ ਦਾ, ਜਿੰਨੇ ਵੀ ਤੁਹਾਡੇ ਪਰਿਵਾਰ 'ਚ ਲੋਕ ਨੇ ਉਹਨਾਂ ਦਾ ਵੀ ਧਿਆਨ ਰੱਖੋ। ਔਰ ਅਗਰ ਤੁਸੀਂ ਰਣਬਾਜ ਹੌਸਪੀਟਲ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਸਕਰੀਨ ਦੇ ਉੱਤੇ ਜਿਹੜੇ ਉਹਨਾਂ ਦੇ ਨੰਬਰ ਵੀ ਫਲੈਸ਼ ਹੋ ਰਹੇ ਨੇ, ਅਪਾਇੰਟਮੈਂਟ ਲਓ, ਆਪਣੇ ਦੰਦ ਇੱਥੇ ਆ ਕੇ ਚੈੱਕ ਕਰਾਓ, ਔਰ ਬਹੁਤ ਅੱਛਾ ਹਾਈ ਕਲਾਸ ਟਰੀਟਮੈਂਟ ਜਿਹੜਾ ਮਿਲ ਰਿਹਾ, ਵਰਲਡ ਕਲਾਸ ਟਰੀਟਮੈਂਟ ਮਿਲ ਰਿਹਾ, ਉਸ ਨੂੰ ਜ਼ਰੂਰ ਉਸ ਦਾ ਫਾਇਦਾ ਚੁੱਕੋ। ਸੋ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।